ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਲ ਇੰਡੀਆ ਸਿੱਖ ਫੈਡਰੇਸ਼ਨ ਦੀ ਪੂਰੀ ਟੀਮ ਵੱਲੋਂ ਆਪ ਜੀ ਨੂੰ ਗੁਰਪੁਰਬ ਧੰਨ ਧੰਨ ਪ੍ਰਗਟ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਰਬ ਪਹਿਲੇ ਪ੍ਰਕਾਸ਼ ਪਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਵਿਖੇ ਅੱਜ ਦੀਵਾਨ ਸਜੇ, ਕੀਰਤਨ ਹੋਏ, ਕਥਾ ਹੋਈ, ਉਹਦਾ ਵਿਚਾਰ ਆਈਏ ਸਰਵਣ ਕਰਦੇ ਹਾਂ। ਤੇ ਦਿੱਤੇ ਹੋਏ ਨੰਬਰ ਜੋ ਆਪ ਜੀ ਦੇਖ ਰਹੇ ਹੋ ਗੁਰਦੁਆਰਾ ਗੁਰੂ ਸਿੰਘ ਸਭਾ ਪਲੀਆ ਕਲਾਂ ਦੇ ਹੈ ਜੀ। ਇਸ ਦੇ ਉੱਤੇ ਨਵੇਂ ਜੋ ਦਰਬਾਰ ਹਾਲ ਬਣ ਰਿਹਾ ਹੈ, ਨਵੇਂ ਦਰਬਾਰ ਹਾਲ ਦੀ ਕਾਰ ਸੇਵਾ ਚੱਲ ਰਹੀ ਹੈ, ਉਸ ਦੇ ਅੰਦਰ ਆਪਣਾ ਯੋਗਦਾਨ ਪਾਉਣ ਲਈ ਇਸ ਨੰਬਰਾਂ 'ਤੇ ਆਪਣਾ ਯੋਗਦਾਨ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗੁਰ ਦਾਤਾ ਗੁਰ ਹਿਵੈ ਕਰ, ਗੁਰ ਦੀਪਕ ਤੇ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨਿਆ ਸੁਖ ਹੋਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟਿਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟਿਆ। ਤੁਧ ਡਿਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕੱਟਿਆ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਾਰੇ ਸਤਸੰਗੀ ਜਨੋ ਵਡਭਾਗੇ ਹੋ, ਜੋ ਕਿ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਪਾਤਰ ਬਣੇ ਹੋ। ਅੰਮ੍ਰਿਤ ਵੇਲੇ ਤੋਂ ਉਸ ਅੰਮ੍ਰਿਤਮਈ ਬਾਣੀ ਦੇ ਝਰਨੇ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਮਨ ਨੂੰ ਪਵਿੱਤਰ ਕਰਨ ਦਾ ਯਤਨ ਕਰ ਰਹੇ ਹੋ। ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਹੀ ਪਿਆਰਾ ਬਚਨ ਹੈ। ਇਹ ਬਾਣੀ ਜੋ ਜੀਉ ਜਾਣੈ, ਤੇ ਸੰਤਰ ਵਸੈ ਹਰ ਨਾਮਾ। ਜਿਹੜਾ ਵੀ ਪੁਰਖ ਇਸ ਪਾਵਨ ਬਾਣੀ ਨੂੰ ਪੜ੍ਹਦਾ ਹੈ ਅਤੇ ਆਪਣੇ ਮਨ ਨੂੰ ਇਸ ਪਾਵਨ ਬਾਣੀ ਦਾ ਧਾਰਨੀ ਬਣਾਉਂਦਾ ਹੈ, ਇਸ ਦੀ ਸਿੱਖਿਆ ਜੀਓ ਭਾਵ ਕੇ ਆਪਣੇ ਜੀ ਦੁਆਰਾ ਪੜ੍ਹਦਾ ਹੈ, ਉਹਦੇ ਅੰਦਰ ਪ੍ਰਭੂ ਆਪ ਵਸਦਾ ਹੈ। ਆਸਾ ਕੀ ਵਾਰ ਦਾ ਮਨੋਹਰ ਕੀਰਤਨ ਆਪ ਸਰਵਣ ਕਰ ਰਹੇ ਸੀ ਹਜ਼ੂਰੀ ਰਾਗੀ ਜਥੇ ਪਾਸੋਂ। ਰੋਜ਼ਾਨਾ ਹੀ ਆਸਾ ਕੀ ਵਾਰ ਕਿਤਨੇ ਗੁਰਦੁਆਰਾ ਸਾਹਿਬ ਹਨ ਜਿੱਥੇ ਕੀਰਤਨ ਹੁੰਦਾ ਹੈ ਆਸਾ ਕੀ ਵਾਰ। ਇਹ ਬਹੁਤ ਪਵਿੱਤਰ ਪਾਵਨ ਬਾਣੀ ਹੈ। ਆਸਾ ਕੀ ਵਾਰ ਆਸਾਂ ਮੁਰਾਦਾਂ ਦੀ ਪੂਰਤੀ ਕਰਦੀ ਹੈ। ਜਿਹੜੇ ਵੀ ਇਨਸਾਨ ਇਸ ਨੂੰ ਸੁਣਦੇ ਹਨ, ਪੜ੍ਹਦੇ ਹਨ, ਆਸਾ ਕੀ ਵਾਰ ਦਾ ਪਾਠ ਕਰਦੇ ਨੇ, ਉਸ ਦੀਆਂ ਸਾਰੀਆਂ ਹੀ ਆਸਾਂ ਪੂਰੀਆਂ ਹੁੰਦੀਆਂ ਨੇ। ਜਿਹੜੇ ਅੰਮ੍ਰਿਤ ਵੇਲੇ ਜਾ ਕੇ ਆਸਾ ਕੀ ਵਾਰ ਦਾ ਪਾਠ ਕਰਦੇ ਨੇ, ਪੰਜ ਬਾਣੀਆਂ ਦਾ ਪੰਜ ਪਿਆਰੇ ਉਪਦੇਸ਼ ਕਰਦੇ ਨੇ ਕਿ ਪੰਜ ਬਾਣੀਆਂ ਤੇ ਜ਼ਰੂਰ ਪੜੋ ਨਾ।
ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ, ਅੰਮ੍ਰਿਤ ਸਵਈਏ ਵੀ ਆਖਿਆ ਜਾਂਦਾ ਹੈ, ਚੌਪਈ ਸਾਹਿਬ ਤੇ ਆਨੰਦ ਸਾਹਿਬ। ਪਰ ਉਸ ਤੋਂ ਇਲਾਵਾ ਕਈ ਗੁਰਮੁਖ ਪਿਆਰੇ ਹੋਰ ਬਾਣੀਆਂ ਦਾ ਪਾਠ, ਜਿਸ ਤਰ੍ਹਾਂ ਕਿ ਆਸਾ ਕੀ ਵਾਰ ਦਾ ਪਾਠ ਵੀ ਕਰਦੇ ਨੇ ਕਈ ਗੁਰਮੁਖ ਪਿਆਰੇ, ਸ਼ਬਦ ਹਜ਼ਾਰੇ ਵੀ ਪੜ੍ਹਦੇ ਨੇ। ਬਾਣੀ ਜਿਤਨੀ ਵੀ ਪੜ੍ਹ ਲਓ, ਜ਼ਿਆਦਾ ਬਾਣੀ ਪੜ੍ਹਨ ਦਾ ਲਾਭ ਕੀ ਹੈ? ਜ਼ਿਆਦਾ ਬਾਣੀ ਇਸ ਕਰਕੇ ਪੜ੍ਹੀ ਜਾਂਦੀ ਹੈ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਬਾਣੀ ਦੀ ਗਹਿਰਾਈ ਦੇ ਵਿੱਚ ਚਲੇ ਜਾਂਦੇ ਹਾਂ, ਜ਼ਿਆਦਾ ਬਾਣੀ ਪੜ੍ਹਦੇ ਹਾਂ, ਤੇ ਫਿਰ ਮਨ ਕੋਈ ਉਹ ਘੜੀ ਆਉਂਦੀ ਹੈ ਟਿਕ ਜਾਂਦਾ। ਪੂਰੇ ਦਿਨ ਦੇ ਵਿੱਚ ਇੱਕ ਵਾਰ ਜੇ ਮਨ ਨੂੰ ਟਿਕਾ ਲਿਆ ਜਾਵੇ, ਕੁਝ ਕੁ ਸੈਕਿੰਡ ਲਈ ਟਿਕੇ, ਸਮਝ ਲੈਣਾ ਕਿ ਸਾਡੀ ਦਿਹਾੜੀ ਸਫਲ ਹੋ ਗਈ, ਸਾਡੀ ਹਾਜ਼ਰੀ ਮਹਾਰਾਜ ਦੇ ਚਰਨਾਂ ਦੇ ਵਿੱਚ ਲੱਗ ਗਈ। ਜੇ ਪੂਰੇ ਦਿਨ ਅਸੀਂ ਵਾਹਿਗੁਰੂ ਮੰਤਰ ਦਾ ਜਾਪ ਕਰੀ ਜਾਈਏ ਤੇ ਮਨ ਨਾ ਟਿਕੇ, ਹਾਜ਼ਰੀ ਨਹੀਂ ਲੱਗਦੀ। ਹਾਜ਼ਰੀ ਲੱਗਦੀ ਕਦੋਂ ਹੈ? ਜਦੋਂ ਮਨ ਟਿਕ ਜਾਵੇ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਤੇ ਅੱਜ ਦਾ ਜਿਹੜਾ ਪਾਵਨ ਉਪਦੇਸ਼ ਹੈ, ਇਹ ਮਹਾਰਾਜ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਸੋਰਠ ਰਾਗ ਦੇ ਵਿੱਚ 631 ਅੰਗ ਉੱਪਰ ਅੰਕਿਤ ਕੀਤਾ ਹੈ ਪਾਵਨ ਸ਼ਬਦ। ਇਸ ਦੇ ਵਿੱਚ ਮਨ ਨੂੰ ਹੀ ਸਾਰੀ ਸਿੱਖਿਆ ਹੈ। ਸਮਝਾਉਣਾ ਅਸੀਂ ਮਨ ਨੂੰ ਹੈ, ਸਵਾਰਨਾ ਅਸੀਂ ਮਨ ਨੂੰ ਹੈ, ਇਸ਼ਨਾਨ ਅਸੀਂ ਮਨ ਦਾ ਕਰਾਉਣਾ ਹੈ। ਤੇ ਜਦੋਂ ਮਨ ਦੇ ਨਾਲ ਇਤਨੀ ਕਿਰਿਆ ਹੋ ਗਈ, ਮਨ ਟਿਕ ਗਿਆ, ਸਮਝ ਲੈਣਾ ਜਿੱਥੇ ਬੈਠ ਕੇ ਆਪ ਜੀ ਨਾਮ ਜਪੋਗੇ, ਗੁਰੂ ਘਰ ਉੱਥੇ ਹੀ ਹੈ। ਜਿੱਥੇ ਹਰੀ ਦਾ ਦਾਸ ਕੋਈ ਨਾਮ ਜਪਦਾ ਹੈ ਨਾ, ਉਥੇ ਤੀਰਥ ਬਣ ਜਾਂਦੇ ਨੇ। ਦੁਨੀਆ ਜਾਂਦੀ ਆ ਉਧਰ ਨੂੰ ਮੱਥੇ ਟੇਕਣ, ਜਿੱਥੇ ਕਿਸੇ ਗੁਰੂ ਦੇ ਪਿਆਰ ਵਾਲੇ ਨੇ ਨਾਮ ਜਪਿਆ ਹੁੰਦਾ ਹੈ। ਸਤਿਗੁਰਾਂ ਦਾ ਆਗਮਨ, ਪਹਿਲਾ ਪ੍ਰਕਾਸ਼ ਪੁਰਬ ਕੱਲ ਸੀ ਸਤਿਗੁਰਾਂ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਹੁਣ ਥਾਂ ਥਾਂ ਤੇ ਪ੍ਰਕਾਸ਼ ਹੁੰਦੇ ਨੇ, ਸੰਗਤਾਂ ਜੁੜਦੀਆਂ ਨੇ, ਸਤਸੰਗ ਹੁੰਦਾ ਹੈ। ਸਤਿਗੁਰਾਂ ਨੇ ਇਤਨਾ ਵੱਡਾ ਖਜ਼ਾਨਾ ਸਾਨੂੰ ਦੇ ਦਿੱਤਾ, ਇਤਨਾ ਵੱਡਾ ਖਜ਼ਾਨਾ ਜਿਹੜਾ ਕਿ ਸਾਰੀ ਉਮਰ ਪੜ੍ਹੀ ਜਾਓ, ਸਾਰੀ ਉਮਰ ਵਿਚਾਰ ਕਰੀ ਜਾਓ, ਕਦੇ ਮੁੱਕਣਾ ਕਦੇ ਨਹੀਂ ਮੁੱਕਦਾ, ਕਿਉਂਕਿ ਬੇਅੰਤ ਹੈ। ਪਹਿਲੀ ਪੰਕਤੀ ਵਿੱਚ ਸਤਿਗੁਰੂ ਮਹਾਰਾਜ ਸ਼ਬਦ ਦੇ ਵਿੱਚ ਫਰਮਾਉਂਦੇ ਨੇ, ਮਨ ਰੇ ਕੌਣ ਕੁਮਤ ਤੈ ਲੀਨੀ। ਹੇ ਮਨ, ਤੂੰ ਕਿਹੜੀ ਕੁਮਤ ਧਾਰਨ ਕਰੀ ਬੈਠਾ ਹੈ, ਕਿਹੜੀ ਖੋਟੀ ਮਤ ਧਾਰਨ ਕਰੀ ਹੋਈ ਹੈ। ਪਰਦਾਰਾ ਨਿੰਦਿਆ ਰਸ ਰਚਿਓ, RAM ਭਗਤ ਨਹਿ ਕੀਨੀ। ਪਰਦਾਰਾ ਪਰਾਈ ਇਸਤਰੀ, ਉਸ ਦੇ ਰੂਪ ਨੂੰ ਦੇਖ ਕੇ ਤੂੰ ਮਨ ਦੇ ਵਿੱਚ ਵਿਕਾਰ ਉਤਪੰਨ ਕਰਿਆ, ਤੇ ਪਰਾਈ ਨਿੰਦਿਆ ਦੇ ਰਸ ਦੇ ਵਿੱਚ ਲੱਗਿਆ ਹੋਇਆ। RAM ਭਗਤ ਨਹਿ ਕੀਨੀ ਰਹਾਓ। ਉਸ ਪ੍ਰਭੂ ਦੇ ਪਰਮਾਤਮਾ ਦੇ ਨਾਮ ਨਾਲ ਜੁੜਿਆ ਨਹੀਂ, ਉਸ ਦੀ ਭਗਤੀ ਨਹੀਂ ਕੀਤੀ, ਫਿਰ ਮੁਕਤ ਪੰਥ ਜਾਣਿਓ ਤੈ ਨਾਹਨ। ਧਨ ਜੋਰਨ ਕੋ ਧਾਇਆ ਮੁਕਤ ਪੰਥ, ਭਾਵ ਕੇ ਮੁਕਤੀ ਵਾਲਾ ਸਾਧਨ, ਮੁਕਤੀ ਵਾਲਾ ਰਾਹ ਉਹ ਤੂੰ ਜਾਣਿਆ ਹੀ ਨਹੀਂ। ਉਹਦੇ ਬਾਰੇ ਕਦੇ ਪਤਾ ਕਰਨ ਦਾ ਯਤਨ ਵੀ ਨਹੀਂ ਕੀਤਾ, ਕਦੇ ਚੱਲਣ ਦਾ ਯਤਨ ਨਹੀਂ ਕੀਤਾ।
प्रीतम के देश कैसे बातन कह जाइए, पूछत है पथिक पग ना पग मार्ग ते कदे नहीं धरदा। पूछत है पथिक मार्ग ना धरे पग। हुण पुछ रहा राह पर मार्ग ते कदे चलण दा यतन नहीं कीता। राह भी है, सारा कुछ है। सानू पता होवे गुरु प्यार वालियो, असी सफर दी जे किते तैयारी करिए ना किसी सफर दी, सानू मंजिल दे पड़ाव दा पता होना चाहिए किथे पहुंचना है। ते सानू ये भी पता होना चाहिए राह दा खर्च भी साडे कोल होना चाहिए। इतना राह दा खर्च लैके घरों तुरदे आ जिस दे विच सानू रस्ते दे विच अखियाई ना होवे, असीं उत्थे सौखे पहुंच जाइए अपने पड़ाव ते। पर हुण जे पुछ लिया जावे कि पंजाब दे विच चंडीगढ़ किथे पैंदा ते चंडीगढ़ दी तैयारी करी ना, पुछी रोज जाइए। ਉਹ जी तो पुछदे आ ना वो भी अक के एक दिन आख देवेगा कि भाई तू जाना तो है नहीं, तू मेरा समा ना बर्बाद करिया कर। औने भी रोज आ गुरु घर, मत्था भी टेकदे आ, बाणी भी सरवण करदे, पर जदों गुरु दी गल नहीं मनदे पता है किस तरह, फिर ये भी आके जांदे। गुरु आख दिंदा ठीक है अपनी मर्जी कर, फिर जिथे तुरया फिरदा भौंदा फिर। इतनी दुनिया अगे वध गई, साइंस ने इतनी तरक्की कर ली, हर एक चीज सानू गुरु प्यार वाले देखो वधिया लगदी है दुनिया दे विच। पर जे किते साडा बच्चा एक काम वार-वार करी जावे ना घर दे विच, असीं ओनू डांटण लग जांदे आ, तू ये की करे, कल भी यही काम करिया, तू अज भी यही काम करिया। एक ही चीज बार बार जदों बच्चा साडा तैयार होके रोजाना ड्रेस पा के जांदा है ना, उथे रोजाना कोई ना कोई नवी गल लैके आउंदा है। स्कूल दे विचों ड्रेस तां एक साधन है, जरिया। गुरु घर जाना एक जरिया सानू जोड़न दा महाराज दे नाल। हुण जे आखों कि गुरु घर आउण नाल ही साडी मंजिल पूरी हो गई, नहीं। गुरमत दे धारनी बनना पवेगा, मंजिल दा पड़ा तां आउणा। जेड़े चंगे मुसाफिर ने वो साधन छड्ड दिया करदे ने बाद दे विच। चंडीगढ़ असीं पहुंच गए ते उत्थे साधन छड्डीए ना, बस दे विच बैठे रहिए ते बस वाले नूं कहीं जाइए चंडीगढ़ कदों आवेगा, बस वाला कहे कि उतर ते सही, चंडीगढ़ ते आया पिया भाई साहब जी, आप जी उतरो बस तो। वो बंदा आखे कि मैं उतरना नहीं, मैं तो एशिया दे विच सफर करते रहना, मैं तो चंडीगढ़ पहुंचना है, बस तू छड्डे ना। ये है कि रोजाना आउने आ गुरुद्वारे, मन दी मत छड्डदे ने, मत्था टेकी जाने आ, कर्म भी उही करी जाने आ, ते फिर मंजिल ते किस तरह पहुंचांगे। गुरु प्यार वालियो, सुखैन जा महाराज ने साधन दस्या सन। हर का नाम ना जपस गवारा, क्या सोचै बारंबार, बार बार सोचदा तू परमात्मा दा नाम जपदा ही नहीं। कितनी दुनिया ने गुरु ग्रंथ साहिब सच्चे पातशाह महाराज जी का प्रकाश पुरब मनाया होगा, पर बहुत घट ऐसे ने कि अज तो आ उगण छड्डिया अपना। हर एक गुरपुरब ते ऐसे सिख ने जिहड़े अपना उगण छड्डदे ने कोई ना कोई। जिंदगी की है, जिंदगी छड्डना ते पाउणा। चंगी चीज नूं धारण कर लिया, बुरी चीज छड्ड दित्ती। हुण जदों झाती मारीए सिख इतिहास वाल ना, बाबा विधि चंद जी, जात इन्हां दी गोत्र इन्हां दा छीना सी। ये चोर सी, बड़ियां चोरियां करनियां, डाके मारने, धाड़ भी सी।
ਪਸ਼ੂ ਲੈ ਕੇ ਇੱਕ ਦਿਨ ਚੱਲ ਪਏ। ਰਾਤ ਨੂੰ ਪਸ਼ੂ ਖੋਲ ਲੈਣੇ, ਮੱਝਾਂ ਖੋਲ ਲੈਣੀਆਂ ਲੋਕਾਂ ਦੀਆਂ, ਉਹਨਾਂ ਨੂੰ ਦੂਸਰੀ ਜਗ੍ਹਾ ਜਾ ਕੇ ਵੇਚ ਕੇ ਮੁਨਾਫਾ ਖੱਟਣਾ, ਕਿਉਂਕਿ ਸੰਗਤ ਭੈੜੀ। ਹੁਣ ਪਿੱਛੇ ਪਿੰਡ ਪੂਰਾ ਤੁਰ ਪਿਆ। ਅੱਜ ਐਸੀ ਖੇਡ ਬਣੀ ਜਦੋਂ ਸੁਧਾਰ ਹੋਣਾ ਹੁੰਦਾ ਕਿਸੇ ਬੰਦੇ ਦਾ, ਪਰ ਕਈ ਬੰਦੇ ਸੁਧਰਦੇ ਫੇਰ ਵੀ ਨਹੀਂ। ਕਿਤਨਾ ਮਰਜੀ ਕੁੱਟ ਪਈ ਜਾਵੇ, ਉਹ ਕੁੱਟ ਵੀ ਖਾਈ ਜਾਣਗੇ ਤੇ ਕਹਿਣਗੇ ਕੋਈ ਗੱਲ ਨਹੀਂ, ਜਦੋਂ ਇੱਥੋਂ ਛੁੱਟੂਗਾ ਬਾਅਦ ਦੇ ਵਿੱਚ ਤੈਨੂੰ ਵੇਖ ਲਵਾਂਗਾ। ਉਹ ਕਦੇ ਵੀ ਸੁਧਰਦੇ ਨਹੀਂ, ਕੰਮ ਵੀ ਉਹੀ ਕਰੀ ਜਾਣਗੇ। ਉਹਨਾਂ ਨੂੰ ਮਹਾਰਾਜ ਨੇ ਕਿਹਾ ਅਤ ਢੀਠ ਕਰਮ। ਜਾਪ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਤਾਂ ਹੁੰਦਾ ਨਾ ਢੀਠ, ਢੀਠ ਨੂੰ ਤਾਂ ਸੁਧਾਰ ਲਾਉਂਗੇ ਕੁੱਟ ਕੱਟ ਕੇ ਜਾਂ ਉਹਨੂੰ ਪਿਆਰ ਨਾਲ ਸਮਝਾ। ਜਿਹੜਾ ਅਤ ਢੀਠ ਹੈ ਉਹ ਮੰਨਦਾ ਹੀ ਨਹੀਂ। ਮੈਂ ਨਹੀਂ ਮੰਨਦਾ, ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਮੈਂ ਮੰਨਣਾ ਹੀ ਨਹੀਂ। ਹੁਣ ਪਿੱਛੇ ਪਿੰਡ ਲੱਗ ਤੁਰਿਆ, ਅੱਜ ਡਰ ਹੋ ਗਿਆ। ਵਿਧੀ ਚੰਦ ਆਖਣ ਲੱਗਾ ਕਿ ਅੱਜ ਤੇ ਛੱਡਦੇ ਨਹੀਂ, ਪਿੰਡ ਵਾਲੇ ਮਾਰ ਦੇਣਗੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਇਆ, ਤੇ ਜਦੋਂ ਪਾਪ ਕੋਈ ਵੱਡਾ ਕਰ ਲਈਏ ਤੇ ਫਿਰ ਡਰ ਬੜਾ ਹੁੰਦਾ। ਫਿਰ ਅੰਦਰੋਂ ਆਵਾਜ਼ ਪਤਾ ਕੀ ਆਉਂਦੀ ਹੈ, ਮਹਾਰਾਜ ਇਸ ਵਾਰ ਬਚਾ ਲੈ, ਅਗਲੀ ਵਾਰ ਕਰਦੇ ਨੇ। ਕਈ ਜਦੋਂ ਮੰਜੇ ਤੇ ਪੈ ਜਾਣਗੇ, ਬਿਮਾਰ ਹੋਣਗੇ, ਉਸ ਟਾਈਮ ਪੁਰਾਣੇ ਔਗਣ ਚੇਤੇ ਆਉਂਦੇ ਨੇ ਬੰਦੇ ਨੂੰ, ਜਦੋਂ ਜ਼ਿਆਦਾਤਰ ਬਿਮਾਰ ਪੈਂਦਾ, ਸਰੀਰ ਢਿੱਲਾ ਹੁੰਦਾ। ਪਤਾ ਵੀ ਸੰਸਾਰ ਐਸੋ ਰੇ ਸੰਸਾਰ ਪੇਖਣਾ, ਰਹਿਨ ਨ ਕੋਊ ਪਈ ਹੈ ਰੇ, ਬਾਰੇ ਬੂਢੇ ਤਰਨੇ ਭਈਆ, ਸਭ ਹੂੰ ਜਮ ਲੈ ਜਾਈ ਹੈ ਰੇ। ਮਾਨਸ ਬਪੁਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਤੇ ਗੁਰੂ ਪਿਆਰ ਵਾਲਿਓ, ਮਹਾਰਾਜ ਨੇ ਇਹ ਵੀ ਆਖਿਆ ਰਾਜਾ ਪਰਜਾ ਸਮਕਰ ਮਾਰੈ, ਐਸੋ ਕਾਲ ਬਡਾਨੀ ਰੇ। ਉਹਨੂੰ ਤਾਂ ਰਾਜੇ ਨੂੰ ਵੀ ਲੈ ਕੇ ਜਾਣਾ, ਜਿਹੜਿਆਂ ਦੀਆਂ ਸਿਕਿਉਰਿਟੀਆਂ ਰੱਖੀਆਂ ਹੁੰਦੀਆਂ ਨੇ। ਜਦੋਂ ਜਮਦੂਤ ਆਉਂਦੇ ਨੇ, ਜਮ ਆਉਂਦੇ ਨੇ ਨਾ, ਉਦੋਂ ਫਿਰ ਉਹ ਸਿਕਿਉਰਿਟੀਆਂ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਨੇ। ਰਾਜੇ ਨੂੰ ਪੁੱਛਦੇ ਹੀ ਨਹੀਂ, ਨਾ ਰਾਜੇ ਦੇ ਅਹਿਲਕਾਰਾਂ ਨੂੰ ਕੋਈ ਪੁੱਛਦਾ ਹੈ। ਉਹ ਰਾਜੇ ਦੀ ਬੋਡੀ ਪਈ ਰਹਿ ਜਾਂਦੀ ਹੈ, ਅੰਦਰੋਂ ਜਿਹੜਾ ਹੰਸ ਹੈ ਉਹ ਕੱਢ ਕੇ ਲੈ ਜਾਂਦੇ ਨੇ। ਇਹ ਸਿਸਟਮ ਹੈ ਦੁਨੀਆ ਦਾ। ਭਾਵੇਂ ਦੇਸ਼ ਦੀ ਪੂਰੀ ਫੋਰਸ ਰਾਜੇ ਨੂੰ ਬਚਾਉਣ ਤੇ ਲੱਗ ਜਾਵੇ, ਜੇ ਉਤੋਂ ਹੁਕਮ ਆ ਗਿਆ ਨਾ ਕਿ ਇਹ ਠੀਕਰਾ ਭੰਨਣਾ, ਹੁਣ ਬਸ ਫਿਰ ਭੰਨਿਆ ਹੀ ਜਾਣਾ, ਕਿਤਨੀ ਵੀ ਸਿਕਿਉਰਿਟੀ ਸਖਤ ਹੋਵੇ। ਬੜਾ ਡਰ ਹੋਇਆ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਆ ਕੇ ਬੈਠ ਗਿਆ। ਅੱਜ ਪਹਿਲੀ ਵਾਰ ਡਰ ਲੱਗਿਆ। ਹੁਣ ਜਿਹੜੇ ਪਿੰਡ ਦੇ ਲੋਕ ਸਨ ਉਹ ਆਏ, ਮੱਥਾ ਟੇਕਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਵੇਖਦੇ ਪਏ ਨੇ ਕਿਤੇ ਲੱਭਦਾ ਨਹੀਂ। ਮਹਾਰਾਜ ਨੂੰ ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡਾ ਮਾਲ ਧਨ ਜਿਹੜਾ ਹੈ, ਪਸ਼ੂ, ਉਹ ਖੋਲ ਕੇ ਲੈ ਕੇ ਆਇਆ ਇੱਕ ਬੰਦਾ। ਉਹ ਆਪ ਜੀ ਦੀ ਸੰਗਤ ਦੇ ਵਿੱਚ ਆਇਆ, ਚੋਰ ਹੈ। ਗੁਰੂ ਮਹਾਰਾਜ ਨੇ ਹੁਕਮ ਕਰ ਦਿੱਤਾ ਕਿ ਉਹ ਆਪ ਖੜਾ ਹੋਵੇਗਾ, ਜਿਹੜਾ ਚੋਰ ਹੈ, ਕਿ ਅਸੀਂ ਪਕੜ ਕੇ ਬਾਹਰ ਕੱਢੀਏ। ਹੁਣ ਬਾਬਾ ਵਿਧੀ ਚੰਦ ਜੀ ਨੇ ਸੋਚਿਆ ਕਿ ਜੇ ਗੁਰੂ ਮਹਾਰਾਜ ਨੇ ਖੜਾ ਕਰ ਲਿਆ, ਇਹ ਤਾਂ ਅੰਤਰਜਾਮੀ ਨੇ, ਆਪੇ ਖੜੇ ਹੋਣ ਚ ਭਲਾ। ਜਿੱਥੇ ਪਤਾ ਹੋਵੇ ਨਾ ਕਿ ਇਹ ਜਾਣਦਾ ਸਾਡੇ ਬਾਰੇ, ਉਥੇ ਫਿਰ ਇਨਸਾਨ ਆਪੇ ਆ ਜਾਂਦਾ ਕਿ ਮੇਰੇ ਤੋਂ ਗਲਤੀ ਹੋ ਗਈ, ਕਿਉਂਕਿ ਮਜਬੂਰੀ ਹੋ ਜਾਂਦੀ ਹੈ ਉਸ ਦੀ। ਖੜੇ ਹੋ ਗਏ, ਕਹਿਣ ਲੱਗੇ ਜੇ ਹੁਣ ਨਾ ਖੜਾ ਹੋਵਾਂ ਤੇ ਚਲੋ ਇੱਥੇ ਤਾਂ ਠੀਕ ਹੈ, ਝੂਠ ਬੋਲ ਦਵਾਂਗਾ, ਦੋਹਾਂ ਪਾਸਿਆਂ ਤੋਂ ਜਾਵਾਂਗਾ। ਜੇ ਕਿਤੇ ਇਹਨਾਂ ਦੀ ਕੁਦ੍ਰਿਸ਼ਟੀ ਹੋ ਗਈ, ਇਹਨਾਂ ਦੇ ਅੱਗੇ ਮੈਂ ਝੂਠ ਬੋਲਦਾ ਚੰਗਾ ਨਹੀਂ ਲੱਗਦਾ। ਸੰਸਾਰ ਦੇ ਜਗਤ ਦੇ ਮਾਲਕ ਨੇ ਇਹ। ਖੜਾ ਹੋ ਗਿਆ, ਦੋਵੇਂ ਹੱਥ ਜੋੜ ਲਏ, ਸਤਿਗੁਰੂ ਬਖਸ਼ ਲਓ, ਬਖਸ਼ ਲਓ। ਫਿਰ ਸਤਿਗੁਰਾਂ ਨੇ ਸੰਗਤ ਨੂੰ ਆਖਿਆ ਕਿ ਆਪ ਜੀ ਜਾਓ, ਜਿਹੜਾ ਮਾਲ ਡੰਗਰ ਸੀ ਉਹ ਲੈ ਗਏ। ਉਸਨੇ ਦੱਸ ਦਿੱਤਾ ਕਿ ਇੱਥੇ ਹੈ, ਮਾਫੀ ਮੰਗੀ। ਸਤਿਗੁਰੂ ਮਹਾਰਾਜ ਨੂੰ ਆਖਣ ਲੱਗਾ ਕਿ ਕਿਰਪਾ ਕਰੋ ਮੇਰੇ ਤੇ ਵੀ, ਮੈਂ ਇਹ ਚੀਜ਼ਾਂ
ਜਿਹੜੀਆਂ ਅੱਜ ਤੱਕ ਕਰਦਾ ਆਇਆ, ਚੋਰੀਆਂ ਚਕਾਰੀਆਂ, ਹੋਰ ਕੋਈ ਕੰਮ ਆਉਂਦਾ ਨਹੀਂ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਮਹਾਰਾਜ ਕਹਿਣ ਲੱਗੇ ਠੀਕ ਹੈ, ਕੰਮ ਕੀ ਕਰੇਗਾ? ਇੱਥੇ ਸਤਸੰਗੀ ਨੇ ਕਹਿਣ ਲੱਗਿਆ ਮੈਂ ਨਾਮ ਵੀ ਜਪਾਂਗਾ, ਸੇਵਾ ਵੀ ਕਰਾਂਗਾ, ਸਿੱਖੀ ਬਖਸ਼ੋ। ਮਹਾਰਾਜ ਕਹਿਣ ਲੱਗੇ ਕੰਮ ਕੀ ਕਰੇਗਾ? ਹੁਣ ਦੇਖੋ ਇੱਥੇ ਉਹ ਤੁਕ ਯਾਦ ਆਉਂਦੀ ਹੈ ਦਾਸ ਦੇ, ਉਹ ਨਿਰਗੁਣਿਆਰੇ ਪ੍ਰਤੀਪਾਲ ਦਾ ਭਾਈ ਦੇ ਨਿਥਾਵੇਂ ਥਾਉ, ਜਿਨ੍ਹਾਂ ਦੇ ਕੋਲ ਕੋਈ ਵੀ ਗੁਣ ਨਹੀਂ ਉਹ ਤੇ ਉਹਨਾਂ ਨੂੰ ਵੀ ਰਿਜ਼ਕ ਦਿੰਦਾ ਹੈ। ਤੇ ਸਾਡੇ ਵਰਗੇ ਤਾਂ ਜੇ ਕੋਈ ਕਿਸੇ ਚ ਗੁਣ ਹੈ ਤਦੇ ਰੋਟੀ ਦਿੰਦੇ ਨੇ ਨਾ, ਪਰ ਉਹ ਜਿਨ੍ਹਾਂ ਕੋਲ ਕੋਈ ਗੁਣ ਨਹੀਂ ਉਹਨਾਂ ਨੂੰ ਵੀ ਰੋਟੀ ਦਿੰਦਾ ਮਾਲਕ ਜਗਤ ਦਾ। ਕਿਤਨਾ ਦਿਆਲੂ ਹੋਵੇਗਾ, ਕਿਤਨਾ ਕਿਰਪਾਲੂ ਹੋਵੇਗਾ ਸਤਿਗੁਰੂ। ਉਸ ਟਾਈਮ ਫਿਰ ਬਾਬਾ ਵਿਧੀ ਚੰਦ ਜੀ ਨੇ ਦੋਵੇਂ ਹੱਥ ਜੋੜ ਲਏ ਜਦੋਂ ਮਹਾਰਾਜ ਕਹਿਣ ਲੱਗੇ ਕਿ ਗੁਰੂ ਘਰ ਦੇ ਵਿੱਚ ਸੇਵਾ ਤੇ ਸਿਮਰਨ ਇਹ ਦੋ ਡੰਡੇ ਨੇ ਜਿਹਦੇ ਸਹਾਰੇ ਬੰਦਾ ਪਰਮਾਤਮਾ ਤੱਕ ਪਹੁੰਚਦਾ। ਕਹਿਣ ਲੱਗਿਆ ਸਤਿਗੁਰੂ ਇਹ ਦੋ ਚੀਜ਼ਾਂ ਦੇ ਇਲਾਵਾ ਆਪਨੇ ਮਾਣ ਬਖਸ਼ਿਆ ਹੀ ਹੈ, ਮੈਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ। ਅੱਜ ਤੱਕ ਚੋਰੀਆਂ ਕੀਤੀਆਂ ਨੇ, ਡਾਕੇ ਹੀ ਮਾਰੇ ਨੇ, ਧਾੜ ਵੀ ਇਹ ਰਿਹਾ। ਸਤਿਗੁਰੂ ਮਹਾਰਾਜ ਆਖਣ ਲੱਗੇ ਕਿ ਠੀਕ ਹੈ, ਤੂੰ ਹੁਣ ਜਿਹੜੀਆਂ ਪਹਿਲੋਂ ਚੋਰੀਆਂ ਕਰਦਾ ਸੈਂ ਕਿਸੇ ਦਾ ਜੀਵਨ ਵਿਗਾੜਨ ਵਾਸਤੇ ਕੰਮ ਤੂੰ ਉਹੀ ਕਰੇਗਾ, ਪਰ ਹੁਣ ਕਿਸੇ ਦਾ ਜੀਵਨ ਸੁਧਾਰਨ ਵਾਸਤੇ ਕਰੇਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਆਪ ਸਾਰੇ ਇਤਿਹਾਸ ਤੋਂ ਜਾਣੂਓ ਬਾਬਾ ਵਿਧੀ ਚੰਦ ਜੀ ਗੁਰੂ ਪਿਆਰ ਵਾਲਿਓ ਕਦੇ ਘੋੜੇ ਕੱਢ ਕੇ ਲੈ ਕੇ ਆਉਂਦੇ ਰਹੇ ਆਪਣੇ ਦਿਮਾਗ ਦੇ ਨਾਲ। ਗੁਰੂ ਮਹਾਰਾਜ ਦੇ ਘੋੜੇ ਕੈਦ ਕਰ ਲਏ ਤੇ ਉਥੋਂ ਘੋੜੇ ਕੱਢ ਕੇ ਲਿਆਏ, ਦਿਸ਼ਾਲੇ ਬੜੇ ਸੋਹਣੇ ਉਹ ਵੀ ਲੈ ਕੇ ਆਏ ਬਾਬਾ ਵਿਧੀ ਚੰਦ ਜੀ। ਇਹ ਚਲਾਕ ਪ੍ਰਖਰ ਬੁੱਧੀ ਜੈਸਾ ਇਨਸਾਨ ਗੁਰੂ ਘਰ ਆਉਂਦਾ ਹੈ ਉਸ ਨੂੰ ਵੈਸੇ ਹੀ ਕੰਮ ਮਹਾਰਾਜ ਦੇ ਦਿੰਦੇ ਸੀ। ਕਿਤਨਾ ਵੱਡਾ ਬਿਰਧ ਸੀ ਮਹਾਰਾਜ ਦਾ। ਤੇ ਗੁਰੂ ਪਿਆਰ ਵਾਲਿਓ ਦੇਖੋ ਗੁਰੂ ਘਰ ਦੇ ਵਿੱਚ ਚੋਰਾਂ ਨੂੰ ਵੀ ਕੰਮ ਮਿਲਿਆ, ਧਾੜਵੀਆਂ ਨੂੰ ਵੀ ਕੰਮ ਮਿਲਿਆ, ਪਰ ਉਹ ਕੰਮ ਦੇ ਨਾਲ ਕਿਸੇ ਦਾ ਭਲਾ ਹੀ ਹੋਇਆ, ਮਹਾਰਾਜ ਨੇ ਮਾੜਾ ਨਹੀਂ ਕੀਤਾ। ਇਥੋਂ ਪਤਾ ਚੱਲਦਾ ਜਿਹੜਾ ਸਾਡਾ ਗੁਰੂ ਹੈ ਕਿਤਨਾ ਵੱਡਾ ਹੈ, ਕਿਤਨਾ ਬਿਰਧ ਹੈ ਉਸ ਦਾ। ਮਨ ਸੁਧਰ ਗਿਆ ਤੇ ਬਾਬਾ ਵਿਧੀ ਚੰਦ ਜੀ ਨਾਮ ਪਿਆ ਬਾਅਦ ਦੇ ਵਿੱਚ। ਪਹਿਲੋਂ ਵਿਧੀਆ ਕਹਿੰਦੇ ਹੁੰਦੇ ਸੀ ਤੇ ਸਾਰੇ ਹੁਣ ਸੰਸਾਰ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਫਿਰ ਮਹਾਰਾਜ ਕਹਿੰਦੇ ਧਨ ਇਕੱਠਾ ਕਰਨ ਤੇ ਤੂੰ ਲੱਗਿਆ ਹੋਇਆ ਰਾਤ ਦਿਨ। ਇੱਥੇ ਮਹਾਰਾਜ ਉਪਦੇਸ਼ ਕਰਦੇ ਨੇ ਰਾਤ ਦਿਵਸ ਪ੍ਰਭਾਤ ਤੋਹੈ ਹੀ ਗਾਵਣਾ, ਜੀ ਜੰਤ ਸਰਬਤਰ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਸਾਧ ਜਨਾ ਕੇ ਸੰਗ ਪਾਪ ਗਵਾਵਣਾ। ਪਰ ਇੱਥੇ ਰਾਤ ਦਿਨ ਮਾਈ ਚੱਲਦੀ ਹੈ, ਕਿਧਰੋਂ ਮਾਇਆ ਲੈਣੀ ਹੈ, ਕਿਧਰੋਂ ਆ ਜਾਵੇ, ਕਿਧਰੋਂ ਮਾਇਆ ਕਿਹੜੇ ਤਰੀਕੇ ਨਾਲ ਇਕੱਠੀ ਕਰੀ ਜਾਵੇ। ਸਾਰਾ ਦਿਨ ਸਾਧਨ ਮਾਇਆ ਇਕੱਠੀ ਕਰਨ ਦੇ ਵਿੱਚ ਜੁੜੇ ਹੋਏ ਨੇ। ਇਤਨੀ ਮਾਇਆ ਪਰਬਲ ਹੈ ਅਸੀਂ ਆਪਣੇ ਆਪ ਨੂੰ ਬੁੱਢਾ ਹੁੰਦੇ ਨਹੀਂ ਦੇਖ ਰਹੇ। ਰੋਜ਼ਾਨਾ ਸਾਡੀ ਬਾਡੀ ਦੇ ਵਿੱਚ ਜ਼ੋਰ ਬਲ ਘਟ ਰਿਹਾ ਹੈ, ਰੋਜ਼ਾਨਾ ਅਸੀਂ ਬੁੱਢੇ ਹੋ ਰਹੇ ਹਾਂ। ਸ਼ੀਸ਼ੇ ਦੇ ਮੂਹਰੇ ਫੇਰ ਚੌੜੇ ਹੋ ਕੇ ਖੜ ਜਾਂਦੇ ਅਗਲੇ ਦਿਨ। ਉਧਰ ਖਿਆਲ ਹੀ ਨਹੀਂ ਕਿ ਹੁਣ ਚਿੱਟੇ ਵੀ ਆ ਗਏ ਨੇ ਤੇ ਕੁਛ ਮਾੜਾ ਜਿਹਾ ਇੱਧਰ ਸੁਧਾਰ ਕਰ ਲਈਏ, ਪਰ ਨਹੀਂ। इतनी परबल माया जाने नहीं देंगे उधर ध्यान। जितना जितना ज्यों ज्यों बुजुर्ग होता जाएगा बंदा बुजुर्गी, पर बहुत घट लोग ऐसे ने जिन्हां ते कृपा होंदी है, पर ज्यों ज्यों बुजुर्ग होता जाएगा आना चाहिए सी की निमरता, हंकार खत्म होना चाहिए सी। नाम सिमरन हर टाइम होता जाता है। इंसान माया दे नाल इतना अटैचमेंट होंदा चलिया जाता है कि जे कोई उस दे बारे हल्का जा बोल दवे अंदर भांबड़ बढ़ते ने। इहदा मतलब कि बाहरों बुढ़ा जरूर है, अंदरों बुढ़ा होया नहीं। जिस दिन अंदरों इंसान बुढ़ा हो जाए, चाहे जवान है वो, चाहे वो बिरध है, क्या गभरू क्या बिरध है, मनमुख तृष्णा भुख ना जाए। वो फिर बुढ़ा चाहे जवान जिहदी तृष्णा भुख मर गई ना,
ਤੇ ਉਹਨੂੰ ਗੁਰੂ ਪਿਆਰ ਵਾਲਿਓ ਕਦੇ ਲੋੜ ਹੀ ਨਹੀਂ ਪੈਂਦੀ। ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਜਿਹਦੀ ਤ੍ਰਿਸ਼ਨਾ ਮਿਟ ਗਈ। ਹੁਣ ਜਿਹਦੀ ਤ੍ਰਿਸ਼ਨਾ ਨਹੀਂ ਮਿਟੀ, ਉਹ ਪਤਾ ਹੈ ਬੇਸ਼ੱਕ ਬੁੱਢਾ ਹੋ ਜਾਵੇ, ਜਿੱਥੇ ਮਰਜ਼ੀ ਚਲਿਆ ਜਾਵੇ, ਵਾਰਿਸ਼ਾਂ ਨੂੰ ਵੀ ਕਹਿਣਾ ਪਿਆ ਕਵਿਤਾਵਾਂ ਦੇ ਵਿੱਚ, ਉਹ ਆਖਦਾ ਵਾਰਿਸ਼ਾਂ ਆਦਤਾਂ ਜਾਂਦੀਆਂ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਕਈ ਬੰਦੇ ਸੰਸਾਰ ਤੋਂ ਚਲੇ ਜਾਂਦੇ ਨੇ ਪਰ ਆਦਤਾਂ ਨਹੀਂ ਜਾਂਦੀਆਂ। ਪਰ ਕਈ ਇਨਸਾਨ ਐਸੇ ਨੇ ਜਿਹੜੇ ਹੁਣ ਕਹਿੰਦੇ ਨੇ ਜੀ ਅਗਲੇ ਜਨਮ 'ਚ ਸਵਾਰਾਂਗੇ। ਅਗਲਾ ਜਨਮ ਤੈਨੂੰ ਪਤਾ ਹੈ ਕਿਹਦਾ ਮਿਲੇਗਾ? ਇਹ ਜਿਹੜਾ ਤੇਰੇ ਹੱਥ ਹੈ ਇਹ ਤਾਂ ਤੂੰ ਸੁਧਾਰ ਨਹੀਂ ਕਰ ਪਾ ਰਿਹਾ। ਅਗਲਾ ਜਨਮ ਤੇਰੇ ਹੱਥ ਨਹੀਂ, ਉਹ ਕਿਸ ਤਰ੍ਹਾਂ ਸੁਧਾਰ ਕਰ ਲਵੇਂਗਾ? ਜਿਹੜੀ ਚੀਜ਼ ਆਪਣੇ ਹੱਥ ਦੇ ਵਿੱਚ ਹੈ ਬੰਦਾ ਉਸ ਨੂੰ ਸੁਧਾਰ ਕਰ ਸਕਦਾ ਹੈ। ਜਿਹੜੀ ਚੀਜ਼ ਸਾਡੇ ਹੱਥ ਹੈ, ਮਿਸਤਰੀ ਨੇ ਮਕਾਨ ਬਣਾਇਆ, ਬਿਲਡਿੰਗ ਬਣਾਈ, ਹੁਣ ਜਿਹੜੀ ਚੀਜ਼ ਮਿਸਤਰੀ ਦੇ ਹੱਥ ਹੈ ਬਣਨ ਤੋਂ ਬਾਅਦ ਉਹ ਸੁਧਾਰ ਕਰੇਗਾ। ਜਿਹੜਾ ਬਣ ਗਿਆ ਉਹਨੂੰ ਦੁਬਾਰਾ ਢਾ ਕੇ ਫਿਰ ਖਰਚਾ ਜ਼ਿਆਦਾ ਲੱਗ ਜਾਵੇਗਾ। ਉਹ ਆਖੇਗਾ ਭਾਈ ਸਾਹਿਬ ਜੀ ਬਸ ਇਤਨਾ ਪੋਰਸ਼ਨ ਤੋੜ ਕੇ ਜੇ ਇਹਨੂੰ ਕੰਧ ਨੂੰ ਸਿੱਧੀ ਕਰੀਏ ਸਿੱਧੀ ਹੋ ਜਾਵੇਗੀ। ਉਹ ਜਿਹੜਾ ਖਰਾਬ ਵਾਲਾ ਪਾਸਾ ਹੈ ਆਪਣਾ ਉਹ ਕੱਢ ਦੋ। ਜ਼ਰੂਰੀ ਥੋੜੀ ਹੈ ਕਿ ਪੂਰੀ ਜ਼ਿੰਦਗੀ ਹੁਣ ਗਲਤੀਆਂ ਕੀਤੀਆਂ ਨੇ, ਅੱਗੇ ਵੀ ਗਲਤੀਆਂ ਕਰੀ ਜਾਣੀਆਂ ਨੇ, ਕਰਦੇ ਤੁਰੇ ਜਾਓ ਕਿ ਹੁਣ ਤੱਕ ਗਲਤੀਆਂ ਕਰਦੇ ਆਇਆ, ਹੁਣ ਵੀ ਅਜੇ ਮਹਾਰਾਜ ਦੇ ਚਰਨਾਂ ਦੇ ਵਿੱਚ ਨਹੀਂ ਜੁੜਨਾ। ਮਹਾਰਾਜ ਕਹਿੰਦੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿਉਂ ਕਹਿਣਾ ਪਿਆ ਮਹਾਰਾਜ ਨੂੰ? ਕਿਤੇ ਭੁਲੇਖੇ 'ਚ ਨਾ ਰਹਿ ਜੇ ਤੂੰ। ਸੋ ਗੁਰੂ ਪਿਆਰ ਵਾਲਿਓ, ਸਤਿਗੁਰੂ ਮਹਾਰਾਜ ਨੇ ਫਿਰ ਫਰਮਾਨ ਕੀਤਾ, ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਬੰਧਾਇਆ। ਅੰਤ ਵੇਲੇ ਤੇਰੇ ਕੁਛ ਵੀ ਨਹੀਂ ਨਾਲ ਜਾਣਾ, ਪਰ ਫਿਰ ਵੀ ਮੋਹਦੀਆਂ ਫਾਈਆਂ ਦੇ ਵਿੱਚ ਅਸੀਂ ਬੰਨੇ ਹੋਏ ਆ। ਫਰੀਦ ਜੀ ਦਾ, ਬਾਬਾ ਜੀ ਦਾ ਇੱਕ ਦੋਹਾ ਯਾਦ ਆ ਗਿਆ ਮੇਰੇ, ਦੋਹਰਾ। ਫਰੀਦਾ ਇਹ ਵਿਸ ਗੰਧਣਾ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਇਹ ਜ਼ਹਿਰ ਦੀਆਂ ਜਿਹੜੀਆਂ ਗੰਧਲਾਂ ਨੇ ਨਾ ਉਹ ਖੰਡ ਦੇ ਨਾਲ ਲਵੇੜ ਕੇ ਧਰਤੀਆਂ। ਜਿਸ ਤਰ੍ਹਾਂ ਕਿ ਡਾਕਟਰ ਕਈ ਕੌੜੀਆਂ ਦਵਾਈਆਂ ਨਾ ਉਹ ਤੇ ਮਿੱਠਾ ਲੇਪ ਚਾੜ ਦਿੰਦੇ ਨੇ, ਉਹ ਫਿਰ ਖਾਣ ਨੂੰ ਬੜੀ ਸਵਾਦ ਲੱਗਦੀ ਹੈ। ਖਾਤੇ ਜ਼ਹਿਰੇ ਰਹੇ ਆ ਪਰ ਖਾਣ ਨੂੰ ਬੜੀ ਸਵਾਦ ਲੱਗਦੀ ਹੈ, ਉਹ ਖਾਧੀ ਜਾਂਦੀ ਹੈ। ਇਹ ਵਿਸ ਦੀਆਂ ਗੰਧਲਾਂ ਰੋਜ਼ ਡੇਲੀ ਅਸੀਂ ਖਾ ਰਹੇ ਹਾਂ। ਤੇ ਕਹਿੰਦੇ ਇੱਕ ਰਾਹੇ ਦੇ ਰਹਿ ਗਏ, ਇੱਕ ਨੇ ਇਹਨਾਂ ਨੂੰ ਦੁਬਾਰਾ ਫੇਰ ਤਿਆਰ ਕਰ ਰਹੇ ਨੇ, ਤੇ ਇੱਕ ਰਾਧੀ ਗਏ ਉਜਾੜ, ਇੱਕ ਖਾਂਦੇ ਖਾਂਦੇ ਇਸ ਸੰਸਾਰ ਤੋਂ ਚਲੇ ਗਏ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਨਾ ਹਰੀ ਪਿਤਾ ਪਰਮਾਤਮਾ ਦੀ ਭਗਤੀ ਕੀਤੀ, ਨਾ ਗੁਰੂ ਜਨਾਂ ਦੀ ਸੇਵਾ ਕੀਤੀ, ਨਾ ਕੋਈ ਗਿਆਨ ਹੀ ਉਪਜਿਆ ਤੇਰੀ ਜ਼ਿੰਦਗੀ ਦੇ ਵਿੱਚ। ਘਟ ਹੀ ਮਾਹੇ ਨਿਰੰਜਨ ਤੇਰਾ, ਤੇਰੇ ਨਿਰੰਜਨ ਘਰ ਦੇ ਅੰਦਰ ਸੀ। ਹਰ ਇੱਕ ਇਨਸਾਨ ਦੇ ਅੰਦਰ ਰੱਬ ਵਸਦਾ, ਪਰ ਅਸੀਂ ਮੰਨਦੇ ਨਹੀਂ। ਕਿਉਂ ਨਹੀਂ ਮੰਨਦੇ? ਜੇ ਕਿਸੇ ਨੇ ਸਾਨੂੰ ਕੁਝ ਬੁਰਾ ਭਲਾ ਕਹਿ ਦਿੱਤਾ, ਅਸੀਂ ਉਹਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਉਥੇ ਝਗੜਾ ਮੁਕਾਉਣ ਦਾ ਕੀ ਸਭ ਤੋਂ ਸੌਖਾ ਸਾਧਨ ਹੈ ਜੀ? ਜੇ ਕੋਈ ਤੁਹਾਨੂੰ ਦਬਾਉਣਾ ਚਾਹੁੰਦਾ ਹੈ ਨਾ, ਡੇਗਣਾ ਚਾਹੁੰਦਾ, ਤੁਸੀਂ ਆਪ ਗਿਰ ਜਾਓ। ਕਿੰਨਾ ਕੁ ਗੇਰੇਗਾ? ਝਗੜਾ ਹੀ ਖਤਮ ਹੈ। ਜੇ ਕੋਈ ਤੁਹਾਨੂੰ ਸਿੱਟਣਾ ਚਾਹੁੰਦਾ ਤੁਸੀਂ ਆਪ ਡਿੱਗ ਜਾਓ, ਕਿੰਨਾ ਕੁ ਗੇਰੇਗਾ? ਗੁਰੂ ਪਿਆਰ ਵਾਲਿਓ, ਕਿਸੇ ਵਿਦਵਾਨ ਨੇ ਕਿਹਾ ਨਾ ਕਿ ਅਸੀਂ ਤੇਰਾ ਜ਼ੋਰ ਦੇਖਣਾ ਹੈ, ਤੂੰ ਸਾਨੂੰ ਦਬਾ, ਅਸੀਂ ਤੇਰੇ ਦਬਾਉਣ ਦੀ ਹੱਦ ਦੇਖਣੀ ਹੈ ਤੇ ਤੂੰ ਸਾਡੇ ਦਬਣ ਦੀ ਹੱਦ ਦੇਖ। मोर्चा गुरु का बाग, निमरता इतनी, 100 बंदे एक गुरमुख प्यारे ते लाठियां बरसा रहे ने पुलिस दे। उन्हां नूं हथ जोड़ने पै गए, कहन लगे अजे भी तू हथ नहीं चकदा साडे ते। कहन लग्या मैं ते तुहाडा जुल्म देखना है, जुल्म दी हद देखनी है, कितना कुछ जुल्म करदे हो। देगां दे विच तुसां वाड़ लिया, रूह दे विच लपेट के तुसीं साड़ दिता। हुण कई इंसान आखदे ने सिक्खी खत्म हो रही है, नहीं खत्म हुंदी। 75% बच्चे जिहड़े ने केस कतल करा चुके, कराउंदे रहण, कोई गल नहीं।
ਸਿੱਖੀ ਖਤਮ ਥੋੜੀ ਹੁੰਦੀ ਹੈ, ਸਿੱਖੀ ਨਹੀਂ ਖਤਮ ਹੋ ਸਕਦੀ। ਇਹਦਾ ਬੀਜ ਫੇਰ ਵੀ ਕਿਤੇ ਨਾ ਕਿਤੇ ਖਿਲ ਰਿਹਾ ਹੋਇਆ ਹੈ। ਤੇ ਗੁਰੂ ਪਿਆਰ ਵਾਲਿਓ, ਸਚਿਆਰ ਬੰਦੇ ਜਿਹੜੇ ਚੰਗੇ ਬੰਦੇ ਹੁੰਦੇ ਨੇ ਨਾ, ਉਹ ਵੈਸੇ ਵੀ ਘਾਟੇ ਨੇ ਦੁਨੀਆ 'ਚ। ਜਦੋਂ ਅਸੀਂ ਸਮਾਨ ਲੈਣ ਜਾਈਏ ਨਾ ਕਿਤੇ ਦੁਕਾਨ ਤੇ, ਅਸੀਂ ਵਧੀਆ ਵਧੀਆ ਐਪਲ ਲੈਣ ਜਾਈਏ ਨਾ, ਅਸੀਂ ਉਹਨੂੰ ਕਹਾਂਗੇ ਖਿਮਾ ਕਰਨਾ ਜੇ ਉਹ ਸਾਨੂੰ ਕਹਿ ਦੇਵੇ ਸਬਜ਼ੀ ਵਾਲਾ ਜਿੱਤੋਂ ਅਸੀਂ ਐਪਲ ਲੈਣ ਜਾਈਏ ਨਾ ਕਿ ਭਾਈ ਸਾਹਿਬ ਜੀ ਆ ਸੇਬ ਐਸੇ ਦੇ ਦੀ ਕਿ ਜਿਹਦੇ ਵਿੱਚ ਕੋਈ ਕਮੀ ਨਾ ਹੋਵੇ, ਜੇ ਕਮੀ ਨਿਕਲ ਗਈ ਵਾਪਸ ਕਰਕੇ ਜਾਵਾਂਗੇ। ਪਰ ਤੇਰੇ ਚ ਇਤਨੀਆਂ ਕਮੀਆਂ ਨੇ, ਜੇ ਉਹ ਕਹਿ ਦੇਵੇ ਕਿ ਤੁਹਾਡੇ ਚ ਕਮੀ ਜੇ ਨਿਕਲ ਗਈ ਸਰਦਾਰ ਜੀ ਮੈਂ ਤੈਨੂੰ ਕਿੱਥੇ ਵਾਪਸ ਕਰਕੇ ਆਉਂਗਾ। ਕਮੀਆਂ ਤਾਂ ਸਾਡੇ ਚ ਵੀ ਨੇ ਨਾ, ਅਸੀਂ ਫੇਰ ਉਹੀ ਕਰਦੇ ਪਏ ਆ। ਉੱਥੇ ਤਾਂ ਕਹਾਂਗੇ ਹਰ ਇੱਕ ਚੀਜ਼ ਵਧੀਆ ਚਾਹੀਦੀ ਹੈ, ਸਾਨੂੰ ਖਾਣ ਨੂੰ ਵੀ ਵਧੀਆ ਚਾਹੀਦਾ, ਪਲੇਟ ਦੇ ਵਿੱਚ ਕਿਤੇ ਝੂਠ ਵੀ ਨਾ ਲੱਗੀ ਰਹਿ ਜਾਵੇ। ਸਾਨੂੰ ਹਰ ਇੱਕ ਚੀਜ਼ ਵਧੀਆ ਚਾਹੀਦੀ ਹੈ, ਕੱਪੜਾ ਵੀ ਪਾਵਾਂਗੇ ਵਧੀਆ ਪਾਵਾਂਗੇ, ਪਰ ਅੰਦਰੋਂ ਮਨ ਮੈਲ ਦੇ ਭਰੇ ਪਏ ਨੇ। ਗੁਰੂ ਦੀ ਸਿੱਖਿਆ ਧਾਰਨ ਕਰੀਏ ਨਾ ਤਾਂ ਸਮਝ ਆਉਂਦੀ ਹੈ ਕਿ ਅਸੀਂ ਜਿਤਨਾ ਜ਼ੋਰ ਲਾਇਆ ਸਭ ਅਸੀਂ ਬਾਹਰਲੀਆਂ ਚੀਜ਼ਾਂ ਸਾਨੂੰ ਵਧੀਆ ਚਾਹੀਦੀਆਂ, ਪਰ ਅੰਦਰਲੀ ਚੀਜ਼ ਜਿਤਨੀ ਮਰਜ਼ੀ ਗੰਦੀ ਪਈ ਰਵੇ, ਬਦਬੂ ਦੇ ਰਹੀ ਹੋਵੇ। ਅੰਦਰਲੀ ਬਦਬੂ ਕਿਸੇ ਦੇ ਨਜ਼ਰੇ ਨਹੀਂ ਆਉਂਦੀ। ਬਾਹਰੋਂ ਸੈਂਟ ਮਾਰ ਕੇ ਅਸੀਂ ਸੋਹਣੇ ਬਣ ਕੇ ਦਿਖਾਉਨੇ ਆ, ਸਭਾ ਦੇ ਵਿੱਚ ਜਾਂਦੇ ਆ ਕਿ ਖੁਸ਼ਬੂ ਆਵੇਗੀ, ਚਾਰ ਬੰਦੇ ਸਲਾਹ ਕਰਨਗੇ ਕਿਹੜਾ ਸੈਂਟ ਲਾਇਆ, ਪਰ ਅੰਦਰੋਂ ਅੰਦਰਲੀ ਬਦਬੂ ਦਾ ਕੋਈ ਇੰਤਜ਼ਾਮ ਕੀਤਾ ਹੀ ਨਹੀਂ। ਕਿਹੜਾ ਸੈਂਟ ਲਾਵਾਂਗੇ ਜੀ? ਮਹਾਰਾਜ ਕਹਿੰਦੇ ਨਾਮ ਦਾ ਸੈਂਟ ਲਾਉਣਾ ਸੀ, ਤੂੰ ਨਾਮ ਦੀ ਰੰਗ ਚਾੜਨੀ ਸੀ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਫੇਰ ਮਹਾਰਾਜ ਫਰਮਾਉਂਦੇ ਨੇ ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਬਹੁਤ ਜਨਮ ਭਾਉਂਦੇ ਫਿਰਦੇ ਫਿਰਦੇ ਬਹੁਤ ਜਨਮ ਭਰ ਮੈਂ ਤੈਂ ਹਾਰਿਓ, ਅਸਥਿਰ ਮਤ ਨਹੀਂ ਪਾਈ। ਸਦਾ ਥਿਰ ਰਹਿਣ ਵਾਲੀ ਸਹਿਜ ਅਵਸਥਾ, ਸਦਾ ਟਿਕਿਆ ਹੋਇਆ ਮਨ ਤੈਂ ਨਹੀਂ ਪਾਇਆ। ਮਨ ਡੋਲਦਾ, ਮਾੜੀ ਜੀ ਕੋਈ ਗੱਲ ਹੋ ਜਾਵੇ ਅਸੀਂ ਗੁਟਕਾ ਸਾਹਿਬ ਬੰਦ ਕਰਕੇ ਰੱਖ ਦਿੰਨੇ ਆ ਅਲਮਾਰੀ 'ਚ। ਸਾਰਿਆਂ ਨਾਲ ਇਹ ਹੁੰਦਾ, ਮਨ ਨਹੀਂ ਟਿਕਦਾ। ਸੁਖਮਨੀ ਸਾਹਿਬ ਕਦੇ ਤਾਂ ਬੜੇ ਪੜਾਂਗੇ ਅਸੀਂ, 5-5 ਪਾਠ ਵੀ ਕਰ ਦਿੰਨੇ ਆ, ਕਦੇ ਇੱਕ ਵੀ ਨਹੀਂ ਹੁੰਦਾ। ਕਦੇ ਕਹਿੰਦੇ ਆ ਕਿ ਚਲੋ ਕਿਸੇ ਨੇ ਦੱਸ ਦਿੱਤਾ ਮੂਲ ਮੰਤਰ ਦਾ ਜਾਪ ਕਰ ਲਓ, ਮੂਲ ਮੰਤਰ ਦਾ ਜਾਪ ਕਰਨ ਲੱਗ ਪਏ। ਇਹ ਮਨ ਕਿਵੇਂ ਲੱਗਦਾ ਜੀ? ਲੋਕਾਂ ਦੇ ਪਿੱਛੇ ਲੱਗਦਾ। ਕਿਸੇ ਦਾ ਕੰਮ ਸਪੋਜ਼ ਕਰੋ, ਮੰਨ ਲਓ ਕਿ ਲੋਟ ਆ ਗਿਆ, ਮੂਲ ਮੰਤਰ ਦਾ ਜਾਪ ਕੀਤਾ ਉਹਨੇ 10 ਦਿਨ, ਕਹਿਣ ਲੱਗਿਆ ਤੂੰ ਵੀ ਕਰ, ਉਹ ਕਰਨ ਲੱਗ ਪਏ। 10ਵਾਂ ਦਿਨ ਨਹੀਂ ਪਿਆ, ਜੇ ਦੂਸਰਾ ਦਿਨ ਨਹੀਂ ਪਿਆ, ਦੂਸਰੇ ਨੇ ਆ ਕੇ ਦੱਸ ਦਿੱਤਾ ਕਿ ਵਾਹਿਗੁਰੂ ਮੰਤਰ ਜਾਪ ਕਰਨ ਦੇ ਨਾਲ ਸਾਰਾ ਕੁਝ ਹੁੰਦਾ, ਉੱਥੋਂ ਵਾਹਿਗੁਰੂ ਚੱਲ ਪਿਆ। ਕਿਸੇ ਨੇ ਆ ਕੇ ਦਿੱਤਾ ਬਾਬੇ ਸਤਨਾਮ ਵਾਹਿਗੁਰੂ ਬੜਾ ਜਪਦੇ ਨੇ, ਉਹ ਸਤਨਾਮ ਵਾਹਿਗੁਰੂ ਜਪਣ ਲੱਗ ਗਿਆ। ਮਨ ਤੇ ਟਿਕਿਆ ਹੀ ਨਹੀਂ ਤੇਰਾ। ਕਦੇ ਮੂਲ ਮੰਤਰ ਦਾ ਜਾਪ, ਕਦੇ ਸੁਖਮਨੀ ਸਾਹਿਬ ਦਾ ਗੁਟਕਾ ਲੈ ਕੇ ਬੈਠਾ ਤੂੰ, ਕਦੇ ਨਿਤਨੇਮ ਕਰ ਲਿਆ, ਕਦੇ ਨਿਤਨੇਮ ਵੀ ਛੱਡ ਦਿੱਤਾ ਪੰਜਾਂ ਬਾਣੀਆਂ ਦਾ। ਤੇ ਫਿਰ ਗੁਰੂ ਪਿਆਰ ਵਾਲੇ ਜਦੋਂ ਮਨ ਹੀ ਨਹੀਂ ਟਿਕਿਆ, ਟਿਕਾਉਣਾ ਤੇ ਮਨ ਨੂੰ ਸੀ, ਸਾਰੀ ਖੇਡ ਮਨ ਨੇ ਬਣਾਉਣੀ ਸੀ। ਮਨ ਹੀ ਨਹੀਂ ਟਿਕਿਆ, ਸਰੀਰ ਨੂੰ ਜਿਤਨਾ ਮਰਜ਼ੀ ਤੁਸੀਂ ਚੌਂਕੜੇ ਮਾਰ ਕੇ ਬਾਣੀ ਪੜ੍ਹੀ ਜਾਓ, ਕੋਈ ਅਸਰ ਥੋੜੀ ਹੋਣਾ ਨਾ। ਜਦ ਤੱਕ ਅੰਦਰ ਨਹੀਂ ਜਾਵੇਗੀ ਦਵਾਈ, ਜਦ ਤੱਕ ਅੰਦਰ ਨਹੀਂ ਜਾਵੇਗੀ ਡਾਕਟਰ ਦੀ, ਬਾਰੇ ਪੱਤੇ ਰੱਖੇ ਹੋਏ ਨੇ ਤੇਰੇ, ਉਹਨਾਂ ਦਾ ਨਾਂ ਪੜ੍ਹੀ ਜਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜ੍ਹੀ ਜਾ ਉਹਨਾਂ ਦਾ ਨਾਮ। ਮੈਟਰੋਜਿਲ, ਨਾਰਫਲੌਕਸਟੀਜ਼ਡ, ਕਿਹੜੀਆਂ ਦਵਾਈਆਂ ਗਣਾਵਾਂ ਸਾਰੀਆਂ 10 ਨੂੰ ਯਾਦ ਨੇ। ਗੁਰੂ ਪਿਆਰ ਵਾਲੇ ਉਹਨਾਂ ਦੇ ਪੱਤਿਆਂ ਦੇ ਨਾਂ ਪੜ੍ਹੀ ਜਾਓ। ਤੇ ਡਾਕਟਰ ਨੂੰ ਆਖੋ ਦਵਾਈ ਅਸਰ ਨਹੀਂ ਕਰਦੀ, ਡਾਕਟਰ ਜੇ ਪੁੱਛੇ ਖਾਧੀ ਸੀ ਨਾ ਜੀ, ਉਹ ਪੱਤੇ ਅੱਗੇ ਰੱਖੇ ਹੋਏ ਸੀ ਜੀ ਤੇ ਉਹਨਾਂ ਦੇ ਨਾਂ ਹੀ ਪੜ੍ਹੀ ਗਿਆ ਮੈਂ ਪੱਤਿਆਂ ਦੇ, ਬਸ ਸਾਲਟ ਦੇ ਨਾਂ ਹੀ ਪੜ੍ਹਦਾ ਰਹਿ ਗਿਆ, ਬਸ ਖਾਧੀ ਨਹੀਂ। ਜਦ ਤੱਕ ਖਾਵੇਂਗਾ ਨਹੀਂ ਤਦ ਤੱਕ ਪਾਵੇਂਗਾ ਨਹੀਂ। थाल विच तिन वस्तु पयो, सत संतोख विचारो, अमृत नाम ठाकुर का पयो, जिसका सब सुधारो। जे को खावे जे को पुंचै, तिसका होई उधार। कोई कोई खांदा, कोई इनू पचाउंदा है। इनू पचाउणा भी है। जे पाठ कर लिया किसी नू दस ना कि मैं इतने पाठ करदा, गुप्त हो जा अंदर, असी कुछ करदे नहीं। ये तां बाबा नानक कराउंदा है। फिर सतगुरु महाराज आखदे ने मानस देह पाए पद हर भज, नानक बात बताई। हुण मनुखी शरीर तैनू मिल गया ते हुण ते वाहिगुरू दे चरनां दा चिंतन कर, तां जो अग्गा तेरा सवर जावे। नानक तैनू मत दे रहा है। ते गुरु प्यार वाले सतगुरु महाराज किरपा करन, रोजाना लाइव प्रोग्राम चलदा है, पता नहीं किथे किथे लाइव वीडियो जांदी है।
ਇਹ ਗੁਰਮੁਖ ਪਿਆਰੇ ਜਿਹੜੇ ਸੇਵਾ ਨਿਭਾਉਂਦੇ ਨੇ, ਇਹਨਾਂ ਦਾ ਵੀ ਵੱਡੀ ਦੇਣ ਹੈ। ਜਿਹੜੀ ਗੁਰੂ ਘਰ ਦੀ ਉਸਾਰੀ ਲਈ ਸੇਵਾ ਚੱਲ ਰਹੀ ਹੈ, ਅਕਾਊਂਟ ਨੰਬਰ ਵੀ ਦਿੱਤਾ ਜਾਂਦਾ ਹੈ। ਮਾਇਆ ਆਦਿਕ ਨਾਲ ਕਈਆਂ ਨੇ ਸੇਵਾ ਕੀਤੀ ਹੈ। ਮੈਨੂੰ ਦੱਸਿਆ, ਜਦੋਂ ਹੈਰਾਨ ਹੋ ਗਿਆ, ਉਹ ਨਾਮ ਨਹੀਂ ਕਿਸੇ ਦਾ ਉੱਥੇ। ਲੱਖ 2-2 ਲੱਖ ਰੁਪਇਆ ਦੇ ਰਹੇ ਨੇ ਲੋਕ ਬਾਹਰੋਂ, ਤੇ ਪਰ ਨਾਮ ਨਹੀਂ। ਉਹ ਕਹਿੰਦੇ ਸਾਡਾ ਗੁਪਤ ਰੱਖੋ ਜੀ। ਕਿਤਨੀ ਵੱਡੀ ਉਹਨਾਂ ਦੇ ਅੰਦਰ ਗੁਰੂ ਪਿਆਰ ਵਾਲੇ ਮਹਾਰਾਜ ਦੀ ਕਿਰਪਾ ਬਰਸ ਰਹੀ ਹੈ। ਕਹਿੰਦੇ ਨਾਮ ਨਹੀਂ ਸਾਡਾ, ਨਾ ਕੋਈ ਰਸੀਦ, ਬਸ ਗੁਪਤ ਸੇਵਾ। ਸੋ ਮਹਾਰਾਜ ਕਿਰਪਾ ਕਰਨ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਆ, ਬੇਅੰਤੀ ਭੁੱਲਾਂ ਹੋ ਜਾਂਦੀਆਂ ਨੇ, ਕਿਉਂਕਿ ਅਸੀਂ ਵੀ ਕਲਯੁਗੀ ਜੀਵਾਂ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਿਓ, ਹਉ ਪਾਪੀ ਵੱਡ ਗੁਨਾਹਗਾਰ। ਜਿਨ੍ਹਾਂ ਵੱਲੋਂ ਮਾਇਆ ਆਈ ਮਹਾਰਾਜ ਸਿੱਖ ਜਾਣੇ ਭਰਪੂਰ ਕਰਨ, ਕਾਲ ਕੰਟਕ ਦੂਰ ਕਰਨ, ਬੀਜਿਆ ਹਰਿਆ ਕਰਨ। ਬੇਨਤੀਆਂ ਪ੍ਰਵਾਨ ਕਰਦਿਆਂ ਕਰੋ ਰਸਨਾ ਪਵਿੱਤਰ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਚੈਨਲ ਵਿੱਚ ਜੁੜੇ ਰਹਿਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਬੈਲ ਆਈਕਨ ਜ਼ਰੂਰ ਦਬਾਓ, ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲੇ ਜੀ। ਅੱਗੇ ਵੀ ਗੁਰਮਤਿ ਵਿਚਾਰ ਸਾਂਝੇ ਹੁੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।